ਬਿਲਾਵਲ ਮਹੱਲਾ ਪੰਜਵਾਂ। ਦੋਵੈ ਥਾਵ ਰਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਨੇ ਅੱਜ ਦੇ ਮੁੱਖ ਵਾਕ ਲਈ ਜੋ ਰਾਗ ਦੀ ਵਰਤੋਂ ਕੀਤੀ ਹੈ, ਭਾਵ ਜਿਸ ਰਾਗ ਦੇ ਅੰਦਰ ਆਪ ਜੀਆਂ ਨੇ ਸ੍ਰੀ ਮੁਖ ਵਾਕ ਸ਼੍ਰਵਣ ਕੀਤੇ ਨੇ, ਬਿਲਾਵਲ ਰਾਗ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 16ਵਾਂ ਰਾਗ ਬਿਲਾਵਲ ਹੈ। ਸਤਿਗੁਰੂ ਸੱਚੇ ਪਿਤਾ ਜੀ ਇਸ ਰਾਗ ਨੂੰ ਬਿਲਾਵਲ ਦੱਖਣੀ ਅਤੇ ਬਿਲਾਵਲ ਮੰਗਲ ਵਜੋਂ ਵੀ ਉਚਾਰਦੇ ਨੇ। ਅਤੇ ਜਦੋਂ ਅਗਲਾ 17ਵਾਂ ਗੋਂਡ ਰਾਗ ਪੜ੍ਹਦੇ ਆ, ਫਿਰ ਸਤਿਗੁਰੂ ਪਿਤਾ ਜੀ ਉੱਥੇ ਬਿਲਾਵਲ ਗੋਂਡ ਵੀ ਜਿਹੜਾ ਹੈ ਉਹ ਰਾਗ ਉਚਾਰਦੇ ਨੇ। ਉਹਦੇ ਵਿੱਚ ਸਾਨੂੰ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਨ ਨੂੰ ਮਿਲ ਜਾਂਦੀ ਹੈ। ਅੱਜ ਦੇ ਸ਼ਬਦ ਗੁਰੂ ਸਾਹਿਬ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 825 ਅਤੇ 26 ਉੱਪਰ ਜੋ ਹੈ ਉਹ ਦਰਜ ਕੀਤੇ ਨੇ। ਬੜੇ ਪਿਆਰੇ ਬਚਨ ਨੇ। ਆਰੰਭਕ ਤੁਕ ਤੋਂ ਆਪ ਜੀਆਂ ਨੇ ਸ਼੍ਰਵਣ ਕੀਤੀ ਕਿ ਦੋਵੇਂ ਥਾਵ, ਦੋਵੇਂ ਦੇ ਅਰਥ ਨੇ ਦੋਨੋਂ, ਥਾਵ ਦੇ ਅਰਥ ਨੇ ਥਾਵਾਂ। ਇੱਕ ਹੈ ਇਹ ਲੋਕ ਤੇ ਦੂਜਾ ਹੈ ਪਰਲੋਕ, ਜਿਹਨੂੰ ਬਾਣੀ ਅੰਦਰ ਆਪਾਂ ਇੱਥੇ ਉੱਥੇ ਵੀ ਪੜ੍ਹਦੇ ਹਾਂ, ਹਲਤ ਪਲਤ ਵੀ ਪੜ੍ਹਦੇ ਹਾਂ। ਹੋਰ ਬੇਅੰਤ ਪ੍ਰਕਾਰ ਵਜੋਂ ਸਤਿਗੁਰੂ ਜੀ ਨੇ ਇਹਨਾਂ ਦੋਨਾਂ ਜਹਾਨਾਂ ਦੀ ਗੱਲ ਕੀਤੀ। ਗੁਰੂ ਸਾਹਿਬ ਕਹਿੰਦੇ ਦੋਵੇਂ ਥਾਵ ਰੱਖੇ। ਜਦੋਂ ਆਪਾਂ ਸਤਿਗੁਰੂ ਦੇ ਪਿਆਰੇ ਬਣਦੇ ਆ, ਗੁਰੂ ਜੀ ਦੀ ਆਗਿਆ 'ਚ ਤੁਰਦੇ ਆ, ਤੇ ਸੰਗਤ ਜੀ ਜੋ ਵੀ ਗੁਰੂ ਜੀ ਉਪਦੇਸ਼ ਕਰਦੇ ਧਰਮੀ ਬਣ ਕੇ ਉਸ ਉਪਦੇਸ਼ ਨੂੰ ਕਮਾਉਂਦੇ ਆ। ਫਿਰ ਮਹਾਰਾਜ ਕਹਿੰਦੇ ਗੁਰ ਸੂਰੇ, ਗੁਰੂ ਸੂਰਮਾ ਹੈ। ਤੇ ਗੁਰੂ ਸੂਰਮਾ ਆਪ ਆਪਣੇ ਸਿੱਖਾਂ ਨੂੰ, ਆਪਣੇ ਦਰ ਤੇ ਆਉਣ ਵਾਲੇ ਜਗਿਆਸੂਆਂ ਨੂੰ ਉਹ ਜੀਵਨ ਬਖਸ਼ਦੇ ਨੇ ਜਿਸ ਜੀਵਨ ਕਰਕੇ ਉਹਨਾਂ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ। ਇਹਨੂੰ ਦੋਵੇਂ ਥਾਵ ਗੁਰੂ ਸਾਹਿਬ ਨੇ ਕਹੇ। ਹੁਣ ਦੇਖੋ ਇਹ ਜਿਹੜੇ ਦੋ ਅੱਖਰ ਨੇ ਨਾ, ਬਹੁਤ ਵਾਰ ਬੇਨਤੀ ਕੀਤੀ ਕਿ ਇਹ ਸਾਡੀ ਉਸ ਮੱਤ ਨੂੰ ਤੋੜ ਕੇ ਰੱਖ ਦਿੰਦੇ ਜਿਹੜੇ ਲੋਕ ਕਹਿੰਦੇ ਲੋ ਜੀ ਕਰਨਾ ਭਰਨਾ ਇਸੇ ਸੰਸਾਰ ਦਾ ਅੱਗੇ ਕਿਹਨੇ ਵੇਖਿਆ। ਨਹੀਂ ਸੰਗਤ ਜੀ, ਇਹ ਨਹੀਂ ਕਿ ਜੋ ਮੇਰੀਆਂ ਅੱਖਾਂ ਵੇਖ ਨਹੀਂ ਰਹੀਆਂ ਉਹ ਹੈ ਹੀ ਨਹੀਂ ਹੈ। ਅਸੀਂ ਤੇ ਫਿਰ ਸੰਸਾਰ 'ਚ ਬਹੁਤ ਕੁਝ ਇਹੋ ਜਿਹਾ ਨਹੀਂ ਵੇਖਿਆ, ਅਸੀਂ ਕਹੀਏ ਉਹ ਤੇ ਹੈ ਨਹੀਂ। ਇਹਦੇ ਅਰਥ ਵੈਸੇ ਤਾਂ ਬਹੁਤ ਵਾਰ ਇਸ ਵਿਸ਼ੇ ਤੇ ਗੱਲ ਕੀਤੀ, ਜਦੋਂ ਫਿਰ ਸਮਾਂ ਮਿਲਿਆ ਕਿ ਮਹਾਰਾਜ ਸੱਚੇ ਪਿਤਾ ਕਹਿੰਦੇ ਇੱਥੇ ਵੀ ਭੋਗਣਾ ਪੈਂਦਾ ਤੇ ਜੋ ਬਕਾਇਆ ਰਹਿ ਜੇ ਉਹ ਅੱਗੇ ਸਾਡੀ ਆਤਮਾ ਨਾਲ ਚਲਿਆ ਜਾਂਦਾ। ਇਹ ਦੋਵੇਂ ਗੱਲਾਂ ਨੇ। ਸੋ ਤਾਂ ਕਰਕੇ ਮਹਾਰਾਜ ਕਹਿੰਦੇ ਆਪਾਂ ਗੁਰੂ ਦੇ ਪ੍ਰੇਮੀ ਸਿੱਖ ਬਣਨਾ। ਹਲਤ ਪਲਤ ਪਾਰ ਬ੍ਰਹਮ ਸਵਾਰੇ। ਵੇਖੋ ਗੁਰੂ ਸਾਹਿਬ ਕਹਿੰਦੇ ਹਲਤ ਇਹ ਲੋਕ ਚੰਗਾ ਜੀਵਨ ਦਿੱਤਾ, ਜਿਸ ਜੀਵਨ ਕਰਕੇ ਆਪਾਂ ਗੁਰੂ ਅਨੁਸਾਰੀ ਖਾਧਾ, ਗੁਰੂ ਅਨੁਸਾਰੀ ਪਾਇਆ, ਗੁਰੂ ਅਨੁਸਾਰੀ ਸੁੱਤੇ, ਗੁਰੂ ਅਨੁਸਾਰੀ ਮਹਾਰਾਜ ਕਹਿੰਦੇ ਇੱਕ ਦੂਜੇ ਨਾਲ ਆਪਣਾ ਮੇਲ ਮਿਲਾਪ ਰੱਖਿਆ। ਫਿਰ ਉਹਦੇ ਉਸ ਜੀਵਨ ਵਿੱਚੋਂ ਹਲਤ 'ਚ ਸੁੱਖ ਮਿਲੇ, ਆਨੰਦ ਮਿਲਿਆ, ਖੁਸ਼ੀਆਂ ਮਿਲੇ, ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਕੋਈ ਚਿੰਤਾ ਝੋਰੇ ਨਹੀਂ ਗੁਰੂ ਜੀ ਨੇ ਰਹਿਣ ਦਿੱਤੇ। ਪਲਤ ਵੀ ਮਹਾਰਾਜ ਨੇ ਸਵਾਰਤਾ। ਕਿਉਂ? ਕਿਉਂਕਿ ਜੋ ਇਦਾਂ ਦੇ ਕਰਮ ਕਰਾਂਗੇ, ਕਿਸੇ ਦਾ ਦਿਲ ਨਹੀਂ ਦੁਖਾਵਾਂਗੇ, ਚੰਗੇ ਕਰਮ ਕਰਾਂਗੇ, ਗੁਰੂ ਦੀ ਬਾਣੀ ਪੜ੍ਹਿਆ ਕਰਾਂਗੇ, ਨਾਮ ਜਪਾਂਗੇ, ਗੁਰੂ ਘਰ ਆਵਾਂਗੇ, ਸੇਵਾ ਕਰਾਂਗੇ, ਇਹ ਧਾਰਮਿਕ ਕਰਮ ਕਰਦੇ ਆ। ਜਿੱਥੇ ਲੋਕ ਦੇ ਸੁੱਖ ਮਿਲਨੇ ਆ ਉੱਥੇ ਮਹਾਰਾਜ ਕਹਿੰਦੇ ਪਰਲੋਕ ਵੀ ਸਵਾਰਿਆ ਜਾਂਦਾ ਹੈ। ਪਾਰ ਬ੍ਰਹਮ ਸਵਾਰੇ, ਗੁਰੂ ਰੂਪੀ ਪਾਰ ਬ੍ਰਹਮ ਸਰੂਪ ਨੇ ਇਹ ਦੋਨੇ ਕਾਰਜ ਸਾਡੇ ਸੰਵਾਰ ਦਿੱਤੇ। ਕਾਰਜ ਹੋਏ ਸਗਲੇ ਪੂਰੇ। ਇੱਥੇ ਜ਼ਿੰਦਗੀ ਦਾ ਹਰ ਕਾਰਜ ਗੁਰੂ ਨੇ ਪੂਰਾ ਕਰਤਾ, ਅਧੂਰਾ ਨਹੀਂ ਰਹਿਣ ਦਿੱਤਾ। ਸਤਿਗੁਰੂ ਪਿਤਾ ਜੀ ਨੇ ਅੱਜ ਜੋ ਮਹਾਰਾਜ ਨੇ ਕਿਰਪਾ ਕੀਤੀ, ਇਹ ਇਹਦੇ ਅੱਗੇ ਹੁਣ ਰਹਾਓ ਹੈ। ਸਤਿਗੁਰੂ ਜੀ ਨੇ ਕਿਹਾ, ਹੁਣ ਦੇਖੋ ਗੁਰੂ ਸੂਰਮਾ, ਇਹ ਤੇ ਅੱਜ ਅਸੀਂ ਥੋੜਾ ਬੋਲਣਾ। ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪਹਿਲਾਂ 10 ਪਾਤਸ਼ਾਹੀਆਂ ਤੱਕ ਪੰਛੀ ਝਾਤ ਮਾਰੀ। ਫਿਰ ਗੁਰੂ ਸਾਹਿਬ ਨੇ ਬੇਅੰਤਾਂ ਦੇ ਬੇੜੇ ਪਾਰ ਕੀਤੇ। ਉਹਦੇ ਵਿੱਚ ਸਾਨੂੰ ਗੁਰੂ ਨਾਨਕ ਜੀ ਦੇ ਜੀਵਨ 'ਚੋਂ ਬਹੁਤ ਕੁਝ ਮਿਲ ਜਾਂਦਾ। ਜਿਵੇਂ ਸਤਿਗੁਰੂ ਗੁਰੂ ਨਾਨਕ ਜੀ ਤੋਂ ਲੈ ਕੇ ਤੇ ਧੰਨ ਗੁਰੂ ਰਾਮਦਾਸ ਜੀ ਤੱਕ
गुरु ने शास्त्र दे नाल शब्द दे नाल सच एवे इस लुकाई दा भला कीता। संगत जी जदों आपां गुरु नानक जी दा इतिहास पढ़ीए ते वेखो गुरु नानक जी तो वड्डा सूरमा सानू होर कौन मिलेगा, जिस गुरु नानक जी ने कतल गाहां विच जाके नूर शाह वर्गियां दे डेरियां च जाके जिथे केवल मौत सी होर कुछ नहीं, उथे जाके सतगुरु जी ने सच दा धर्म दा नेम दा प्रचार कीता। अपनियां नूं दुरकार के लोकां ने कोड़ी कह के बाहर गुल्लियां पादियां, उथे जाके शब्द दी धुनी नाल ओदे तन मन दा रोग दूर करके धर्मशाला बनाई। जे गुरु साहब जी राजियां महाराजियां नूं मिलदे आ, भावें वड्डे वड्डे पीरां नूं मिलदे आ, उच्चे मराबतियां विच पहुंचे होए ब्राह्मणां नूं मिलदे आ, सच एवे काजी मुल्ले मुनाले जिन्ने भी बिल्कुल नहीं डरे, पत्थर लोकां ने मारे, भूतना बेताला किया, लोकां ने सच एवे बहुत बुरा भला किया। जिस थां दे उत्ते महाराज ने कहा सी वसदे रहो ते उजड़ जाओ, अज भी कहते उस नगर दे लोकां नूं गिल्लड़ दा रोग हुंदा जिन्हां ने लोकां नूं बुरा भला बोल के नगर तो कढता सी। सो गुरु साहब वो सूरमे सन। कई बारी कलयुग दो बार महाराज नूं डराउण आउंदा है, महाराज सूरमे बन के मुकाबला करदे शब्द नाल, वो भी आके गोडे टेक दिंदा। सतगुरु पिता जी तो बाद बाबा लहणा जी का समा आउंदा है ते वेखो जदों हिमायू चल के आया ते उत्थे भी गुरु जी ने अनख की गल कीती कि ऐ हिमायू तू शेर शाह सूरी कोलों मूँह दी खा के ते हुण फकीरां दे उपर तलवार चुकदा। उत्थे फिर महाराज ने उन्होंने भी ताड़ना कीती। फिर निमोशा जा के गुरु कोलों उपदेश मंगदा। तीसरे गुरु जी का समा हुंदा है ते उत्थे भी सतगुरु सच्चे पिता जी दे प्रथाए बड़े अकबर दे कन भरे गए कि जो ये बाणी नूं उचार रहे ने ओदे अंदर मुसलमानां दी तुहीन है, ओदे अंदर उच्चे ब्राह्मणां खत्रियां दी तुहीन है। मेरे सतगुरु ने किसी दी परवाह ना करदियां जिन्हां ने शंका कीता उन्हां दे शंके निवृत्त कीते, होर बेअंत प्रकार दी सेवा करवा के सच एवें मेरे पातशाह जी ने फिर उस सच दा प्रचार गुरु सूरमा बन के कीता। मेरे सतगुरु जी तो बाद अगे गुरु रामदास जी का समा हुंदा है। वेखो गुरु रामदास जी किन्ने वड्डे सूरमे ने, जे उस समय होर ईरखालूआं ने शिकायतां करनियां शुरू कीतियां। कदे बाबा जेठा बन के गुरु रामदास जी अकबर दे शंके दूर करते ने, कदे खुद गुरु बन के ते विरोधियां दा विरोध झलदे ने। इत्थों तक गुरु इन्ना सूरमा है जे सका पुत भी खराबी करदा ते मर्ज कहंदे काहे पूत झगरत हो संग बाप, जिनके जने बडीरे तुम हो 300 झगरत पाप। एक ये नहीं कि गुरु का एक पक्ष आपां लै लईए। सतगुरु गुरु अर्जुन दे पिता जी का समा हुंदा है। धन गुरु अर्जुन दे पिता जी भी दुनिया के हर दुख तकलीफ नूं सहन करदिआं तत्ती तवी ते बह के शहीदी दी दास्तान नूं सिरजदे आ, शहीदां दे सरताज घवाउंदे आ। गुरु तो वड्डा सूरमा होर कौन हो सकदा है। गुरु नानक दे घर दे अंदर सिरड़ शहीदी है ते जूझ के मरन वाली शहीदी है। तत्ती तवी ते बह के ये है सिदक दे पूरने पाउणे। सिरड़ शहीदी जिन्हों कहंदे आ, ये शहीदी वो है जिहड़ियां सरहद दीआं नीहां विच कि कोई मुकाबला ना करदिआं दुश्मन दा हर फट सह जाना। ते जुझारू शहीदी छेवें पातशाह ने, हर उस सिख ने ते 10वें पातशाह ने कि जिहड़ा चढ़ के आवेगा उन्होंने भी फिर जिहड़ी ओ साडे कोलों तेग छकनी पऊगी। इसे तरह छेवें पिता का समा हुंदा। 4 जंगा गुरु सूरमा लड़दा। उन्हां दे प्रथाए तां भाई गुरदास ने दल भंजन गुर सूरमा शब्द भी उचारिया। गुरु जी दे बाद जो है 7वें पातशाह का वेला आया। 2200 घोड़सवार गुरु साहब नाल रखदे। जे उस समय धोखे नाल दारा सिकोण नूं शेर दी मुछ दा वाल खवाया जांदा कि इस वाल दे नाल कुरज के मरे। गुरु पातशाह दे लाए हुए कीरतपुर दे विच जो है वो साध संगत जी दवाखाने तो बाग विचों जड़ी बूटी लैके दवा बना के उहदा इलाज किया जाता। गुरु बिल्कुल परवाह नहीं करते कि हुकूमत ने साडे वड्डियां नूं तत्ती तवी ते बहा के शहीद कीता है, साडे वड्डियां उत्ते 4 जंगां कीतियां, ये साडे ते भी चढ़ के आउणगे। नहीं, उन्होंने गुरु नानक जी के सिद्धांत नूं जिहड़ा दृढ़ करवाया कि इस घर च जिहड़ा भी नीवा होके चल के आवेगा, जो शरण आवे तिस कंठ लावे बिरद स्वामी संदा। 7वें पिता तो बाद 8वें पिता जी गुरता गद्दी ते विराजमान हुंदे। उन्हां नूं खास करके 7वें पिता जी ने हिदायत की कि नह मिलेश को दर्शन दे है कि पुत्र दिल्ली नहीं जाना,
ਦਿੱਲੀ ਜਿਹੜੀ ਉਹ ਸਕੀ ਨਹੀਂ ਸਿੱਖਾਂ ਲਈ। ਜੇ ਜਾਣਾ ਪਵੇ ਤੇ ਔਰੰਗਜ਼ੇਬ ਦੇ ਦਰਬਾਰ 'ਚ ਨਹੀਂ ਜਾਣਾ ਤੇ ਨਾ ਉਹਨੂੰ ਦਰਸ਼ਨ ਦੇਣੇ। ਵੇਖੋ ਸਤਿਗੁਰੂ ਦੀ ਛੋਟੀ ਉਮਰ ਜਾਣ ਕੇ ਬੜਿਆਂ ਨੇ ਸ਼ੰਕੇ ਕੀਤੇ। ਸਭ ਤੋਂ ਪਹਿਲਾ ਸ਼ੰਕਾ ਸੀ ਬ੍ਰਾਹਮਣਾਂ ਨੇ ਕੀਤਾ ਕਿ ਇੰਨਾ ਵੱਡਾ ਨਾਮ, ਉਹਨਾਂ ਨੇ ਇੱਕ ਕੋੜੀ ਨੂੰ ਮਹਾਰਾਜ ਦੀ ਪਾਲਕੀ ਦੇ ਅੱਗੇ ਲਿਆ ਕੇ ਸੁੱਟਤਾ ਕਿ ਵੇਖੀਏ ਭਲਾ ਗੁਰੂ ਨਾਨਕ ਜੀ ਨੇ ਕੋੜੀ ਦਾ ਉਧਾਰ ਕੀਤਾ, ਧੰਨ ਗੁਰੂ ਅਮਰਦਾਸ ਜੀ ਨੇ ਇੱਕ ਕੋੜੀ ਦਾ ਉਧਾਰ ਕੀਤਾ ਪ੍ਰੇਮੇ ਦਾ, ਤੇ ਇਸ ਗੁਰੂ 'ਚ ਵੀ ਉਹੀ ਅਜ਼ਮਤ ਹੈ। ਸੱਚ ਜਾਣਿਓ, ਜਦੋਂ ਇੱਕ ਕੋੜੀ ਨੂੰ ਗੁਰੂ ਸਾਹਿਬ ਦੀ ਪਾਲਕੀ ਅੱਗੇ ਸੁੱਟਿਆ, ਮਹਾਰਾਜ ਜੀ ਆਪ ਉਤਰਦੇ ਆ, ਹੱਥ ਚੋਂ ਰੁਮਾਲ ਕੱਢਦੇ ਆ ਤੇ ਸਿੱਖਾਂ ਨੂੰ ਕਹਿੰਦੇ ਆ ਇਹਦੇ ਇੱਕ ਇੱਕ ਅੰਗ ਨਾਲ ਰੁਮਾਲ ਸੁਹਾਓ ਤੇ ਨਾਲ ਧੰਨ ਗੁਰੂ ਨਾਨਕ ਕਹੋ। ਸੱਚ ਐਵੇਂ ਧੰਨ ਗੁਰੂ ਨਾਨਕ ਕਿਹਾ ਤੇ ਗੁਰੂ ਦੀ ਦ੍ਰਿਸ਼ਟੀ ਜੇਤੇ ਪੈ ਜਾਂਦੀ ਹੈ, ਉਹਦੇ ਜਨਮਾਂ ਜਨਮਾਂ ਦੇ ਰੋਗ ਕੱਟੇ ਜਾਂਦੇ ਆ। ਗੁਰੂ ਸੂਰਮਾ ਸੀ। ਮਹਾਰਾਜ ਦਿੱਲੀ ਗਏ, ਬੜਾ ਕੁਝ ਰਾਜ ਹੋਇਆ। ਉੱਥੇ ਮਹਾਰਾਜ ਨੇ ਇੱਕ ਸੂਰਮੇ ਦੀ ਤਰ੍ਹਾਂ ਇਹ ਨਹੀਂ ਵੇਖਿਆ ਕਿ ਮੇਰੀ ਉਮਰ ਕੇਵਲ 8 ਸਾਲ। ਇਹੀ ਗੱਲ ਹੈ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਚੱਲੇ, ਉਹਨਾਂ ਦੀਆਂ ਰਗਾਂ 'ਚ ਵੀ ਉਹੀ ਲਹੂ, ਉਹੀ ਵਿਚਾਰ, ਉਹੀ ਸਿਧਾਂਤ ਸਨ ਜਿਹੜੇ ਧੰਨ ਗੁਰੂ ਹਰਕ੍ਰਿਸ਼ਨ ਜੀ ਕਮਾ ਕੇ ਆਪਣੀ ਕੌਮ ਨੂੰ ਦੇ ਕੇ ਗਏ। ਫਿਰ ਨੌਵੇਂ ਪਿਤਾ ਦੀ ਵਾਰੀ ਹੁੰਦੀ ਆ ਤੇ ਨੌਵੇਂ ਪਿਤਾ ਜੀ ਵੱਲੋਂ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ। ਗੁਰੂ ਪਾਤਸ਼ਾਹ ਕੋਲ 500 ਪੰਡਤਾਂ ਦਾ ਵਫਦ ਚੱਲ ਕੇ ਆਉਂਦਾ। ਕਿਰਪਾ ਰਾਮ ਜਿਹੜਾ ਹੈ ਮਟਨ, ਉਹਦੀ ਅਗਵਾਈ 'ਚ ਇੱਕੋ ਗੱਲ ਕਹਿੰਦੇ ਆ ਕਿ ਬਾहें ਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਨੰਦ। ਤੇ ਮਹਾਰਾਜ ਨੇ ਕਿਹਾ ਸੀ ਬਾहें ਜਿਨ੍ਹਾਂ ਦੀ ਪਕੜੀ ਹੈ, ਸੱਚ ਐਵੇਂ ਸਿਰ ਦੀਜੈ ਬਾहें ਨਾ ਛੋੜੀਐ। ਸਿਰ ਦਿੰਦੇ ਆ ਮਹਾਰਾਜ ਜੀ ਸੂਰਮੇ ਦੀ ਤਰ੍ਹਾਂ ਆਪਣੇ ਆਪ ਦੀ ਕੁਰਬਾਨੀ ਦੇ ਕੇ। ਇੱਕ ਗੱਲ ਹਮੇਸ਼ਾ ਮੇਰੀ ਯਾਦ ਰੱਖਿਓ, ਜਦੋਂ ਅਸੀਂ ਸਟੱਡੀ ਕੀਤੀ ਆ, ਕਦੇ ਵੀ ਇਹ ਨਹੀਂ ਕਹਿਣਾ ਗੁਰੂ ਤੇਗ ਬਹਾਦਰ ਨੇ ਬਲੀਦਾਨ ਦਿੱਤਾ। ਅੱਜ ਵੱਡੀਆਂ ਵੱਡੀਆਂ ਸਟੇਜਾਂ ਤੋਂ ਵੱਡੇ ਵੱਡੇ ਮੰਤਰੀਆਂ ਵੱਲੋਂ ਇਹ ਗੱਲ ਕਹੀ ਜਾਂਦੀ ਜੀ ਗੁਰੂ ਨੇ ਬਲੀਦਾਨ ਦਿੱਤਾ। ਬਲੀਆਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਦਿੱਤੀਆਂ ਜਾਂਦੀਆਂ ਸੀ ਜਿਨ੍ਹਾਂ ਨੂੰ ਧੱਕੇ ਦੇ ਨਾਲ ਫੜ ਕੇ ਜਿੱਤ ਨਹੀਂ ਸੀ ਕਰਦਾ। ਰਾਜਿਆਂ ਨੇ ਗਰੀਬਾਂ ਨੂੰ ਲਿਆਉਣਾ ਜੀ ਦੀ ਬਲੀ ਦੇ ਦਿਓ। ਮਹਾਰਾਜ ਨੂੰ ਬਲੀਦਾਨ ਕਹਿ ਕੇ ਉਹਨਾਂ ਦੀ ਸੀ ਸ਼ਹੀਦੀ ਨੂੰ ਛੋਟੇ ਨਾ ਕਰੀਏ। ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਹੈ। ਬਲੀਆਂ ਜਾਨਵਰਾਂ ਦੀਆਂ ਦਿੱਤੀਆਂ ਜਾਂਦੀਆਂ ਰਹੀਆਂ ਨੇ, ਬਲੀਆਂ ਗਰੀਬਾਂ ਦੀਆਂ ਦਿੱਤੀਆਂ ਜਾਂਦੀਆਂ ਨੇ। ਬਲੀਦਾਨ ਕਹਿ ਕੇ ਗੁਰੂ ਦੀ ਸ਼ਹੀਦੀ ਬਹੁਤ ਛੋਟੀ, ਪਰ ਕੀ ਕਰੀਏ ਵੱਡੇ ਵੱਡੇ ਪ੍ਰਚਾਰਕ ਵੀ ਕਹਿੰਦੇ ਨੇ ਜੀ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ ਇਸ ਦੇਸ਼ ਲਈ। ਨਹੀਂ, ਗੁਰੂ ਜੀ ਨੇ ਕੁਰਬਾਨੀ ਦਿੱਤੀ ਹੈ। ਸੋ ਖੈਰ ਮਹਾਰਾਜ ਤੋਂ ਬਾਅਦ 10ਵੇਂ ਪਿਤਾ ਦਾ ਵੇਲਾ ਆਇਆ। ਸਤਿਗੁਰੂ ਜੀ ਨੇ 14 ਜੰਗਾਂ ਲੜੀਆਂ, ਇੱਕ ਜੰਗ 'ਚ ਵੀ ਆਪ ਚੜ ਕੇ ਨਹੀਂ ਗਏ, ਪਰ ਜਿਹੜੇ ਆਏ ਉਹਨਾਂ ਨੂੰ ਫਿਰ ਮਹਾਰਾਜ ਸੱਚੇ ਪਿਤਾ ਕੋਲੋਂ ਮੂੰਹ ਦੀ ਖਾਣੀ ਪਈ। ਗੁਰੂ ਇੰਨੇ ਵੱਡੇ ਸੂਰਮੇ ਨੇ, ਮੈਂ ਬਹੁਤ ਸੰਖੇਪ ਵਿੱਚ ਹੱਥ ਮਰਾਈ ਕਿ ਜੇ ਨਸੀਰਾ ਦਾ ਭਰਾ ਤੇ ਪੀਰ ਬੁੱਧੂ ਸ਼ਾਹ ਦਾ ਸਾਲਾ ਰਿਸ਼ਤੇ 'ਚ ਲੱਗਦਾ, ਮਹਾਰਾਜ ਸੱਚੇ ਪਿਤਾ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਉਸ ਸਮੇਂ ਉਹਦੀਆਂ ਫੌਜਾਂ ਵਿੱਚੋਂ ਸ਼੍ਰੋਮਣੀ ਜਰਨੈਲਾਂ ਵਿੱਚੋਂ ਇੱਕ ਜਰਨੈਲ ਸੀ ਸੈਦ ਖਾਂ, ਜਿਹਨੂੰ ਪਾਨ ਦਾ ਬੀੜਾ ਦੇ ਕੇ ਇੱਕ ਗੱਲ ਕਹੀ ਕਿ ਹੈ ਕੋਈ ਮਾਈ ਕਾ ਲਾਲ ਮੇਰੀ ਇਸ ਫੌਜ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮੁਰਦਾ ਮੇਰੇ ਅੱਗੇ ਪੇਸ਼ ਕਰੇ। ਇਹ ਪਾਣ ਦਾ ਬੀੜਾ ਉਹ ਚੱਬੇ ਤੇ ਜਿੰਨੀ ਫੌਜ ਚਾਹੀਦੀ ਆ, ਜੋ ਕੁਝ ਚਾਹੀਦਾ ਮੈਂ ਦਿਆਂਗਾ। ਵੱਡੀ ਫੌਜ ਲੈ ਕੇ ਪਾਣ ਦਾ ਬੀੜਾ ਮੂੰਹ 'ਚ ਪਾ ਕੇ ਉਹਨੇ ਇੱਕ ਗੱਲ ਕਹੀ ਸੀ, ਗੁਰੂ ਗੋਬਿੰਦ ਸਿੰਘ ਨੂੰ ਮੈਂ ਜਿਉਂਦਾ ਜਾਂ ਮੁਰਦਾ ਤੇਰੇ ਅੱਗੇ ਪੇਸ਼ ਕਰਾਂਗਾ। ਜਦੋਂ ਵੱਡੀ ਫੌਜ ਲੈ ਕੇ ਅਨੰਦਪੁਰ ਤੇ ਚੜ੍ਹਾਈ ਕਰਦਾ ਤੇ ਮਨ 'ਚ ਆਇਆ ਮੇਰੀ ਭੈਣ ਬੜੀ ਗੁਰੂ ਦੀ ਸ਼ਰਧਾਲੂ ਹੈ ਤੇ ਕਿਉਂ ਨਾ ਹੋਵੇ ਮੈਂ ਆਪਣੀ ਭੈਣ ਨੂੰ ਮਿਲਦਾ ਚੱਲਾਂ। ਤੇ ਸੱਚ ਐਵੇਂ ਜਦੋਂ ਗੁਰੂ ਨੇ ਕਿਰਪਾ ਕਰਨੀ ਹੋਵੇ ਆਪਣੀ ਭੈਣ ਨਸੀਰਾ ਨੂੰ ਮਿਲਦਾ। ਨਸੀਰਾ ਬੜੇ ਚਾਅ 'ਚ ਆਉਂਦੀ ਆ ਕਿ ਮੇਰੇ ਭਰਾ ਮਗਰ ਇੰਨੀ ਫੌਜ, ਮੇਰੇ ਭਰਾ ਦੀ ਇੰਨੀ ਸਰਦਾਰੀ ਆ। ਤੇ ਕਹਿੰਦੀ ਫਿਰ ਤੂੰ ਚੱਲਿਆ ਕਿੱਥੇ ਵੇ ਵੀਰਾ? ਕਹਿਣ ਲੱਗਾ ਮੈਂ ਉਸੇ ਹੀ ਕਾਫਰ ਗੁਰੂ ਗੋਬਿੰਦ ਸਿੰਘ ਨੂੰ। ਦੇਖੋ ਮੈਂ ਸ਼ਬਦ ਗੁਰੂ ਵਰਤ ਰਿਹਾ, ਮੇਰੇ ਸਤਿਗੁਰੂ ਨੇ ਜਦੋਂ ਦੁਸ਼ਮਣ ਸਾਡੇ ਗੁਰਾਂ ਤੇ ਚੜ੍ਹਾਈ ਕਰਦਾ ਸੀ ਉਹ ਕੋਈ ਚੰਗੇ ਸ਼ਬਦ ਨਹੀਂ ਸੀ ਵਰਤਦੇ। ਗੁਰੂ ਗੋਬਿੰਦ ਸਿੰਘ ਜੀ ਦਾ ਕਤਲ ਕਰਨ ਚੱਲਿਆ, ਜਾਂ ਅੱਜ ਜਿਉਂਦਾ ਜਾਂ ਮੁਰਦਾ ਗੁਰੂ ਨੂੰ ਫੜ ਕੇ ਤੇ ਮੈਂ ਔਰੰਗਜ਼ੇਬ ਨੂੰ ਜਿਹੜਾ ਹੈ ਉਹ ਦੇ ਕੇ ਤੇ ਵੱਡੇ ਇਨਾਮ ਪ੍ਰਾਪਤ ਕਰਨੇ ਨੇ। ਤੇ ਭੈਣ ਨਸੀਰਾ ਨਾ ਹੱਸੀ ਥੋੜਾ ਜਿਹਾ, ਫਿਰ ਥੋੜਾ ਜਿਹਾ ਉਹ ਜਿਹੜਾ ਹੈ ਨਿਰਾਸ਼ ਵੀ ਹੋਈ, ਕਿਉਂਕਿ ਉਹਨਾਂ ਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਜੀ ਕੌਣ ਨੇ। ਸੰਗਤ ਜੀ ਪੌਂਟਾ ਸਾਹਿਬ ਦੀ ਉਹ ਧਰਤੀ ਪਹਿਲੀ ਮਿਲਣੀ ਜਦੋਂ ਪੀਰ ਬੁੱਧੂ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦੀ ਆ ਤੇ ਮਹਾਰਾਜ ਦੀ ਦਾੜੀ ਨਹੀਂ ਸੀ ਠੋਡੀ ਤੇ ਆਈ, ਸਾਡਾ ਇਤਿਹਾਸ ਕਹਿੰਦਾ। ਬਿਲਕੁਲ 17-18 ਸਾਲ ਉਮਰ ਮਹਾਰਾਜ ਦੀ ਤੇ ਪੀਰ ਬੁੱਧੂ ਸ਼ਾਹ ਦੀ ਉਮਰ 35-40 ਦੇ ਨੇੜੇ।
ਪੀਰ ਬਿੱਧੂ ਸ਼ਾਹ ਨੂੰ ਵੀ ਉਹ ਪੀਰ ਹੈ ਜਿਹੜਾ ਹਿੰਦੂਆਂ ਨੂੰ ਵੀ ਤੇ ਮੁਸਲਮਾਨਾਂ ਨੂੰ ਵੀ ਬਣਦਾ ਸਤਿਕਾਰ ਦਿੰਦਾ ਸੀ, ਕੋਈ ਭੇਦਭਾਦ ਨਹੀਂ। ਪ੍ਰਮਾਤਮਾ ਦਾ ਬੜਾ ਅਵਲ ਫਕੀਰ ਹੋਇਆ, ਬੜੇ ਉਹਦੇ ਨਾਲ ਮੁਰੀਦ 700 ਮੁਰੀਦ ਤੇ ਹਰ ਸਮੇਂ ਨਾਲ ਰਹਿੰਦਾ ਸੀ। ਜਦੋਂ ਉਹਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦੇ ਕੋਲ ਆਏ, ਮਨ ਚ ਪਤਾ ਕੀ ਸੰਕਲਪ ਧਾਰਦਾ ਕਿ ਮੈਂ ਮੱਥਾ ਨਹੀਂ ਟੇਕਣਾ, ਕਿਉਂਕਿ ਸ਼ੰਕਾ ਆ ਜਾਂਦਾ ਨਾ ਕਿ ਮੇਰੀ ਉਮਰ ਵਡੇਰੀ, ਇਹ ਕੱਲ ਦਾ ਸ਼ਲਾਰੂ ਗੁਰੂ ਨਾਨਕ ਦੀ ਗੱਦੀ ਤੇ ਬਹਿ ਗਿਆ, ਪੱਲੇ ਵੀ ਹੈ ਕੁਝ। ਸਤਿਗੁਰੂ ਨੂੰ ਜਾ ਕੇ ਇੱਕੋ ਗੱਲ ਕਹਿਣ ਲੱਗੇ, ਅੱਲਾ ਕਾ ਵਸਵ ਕੈਸਾ। ਵੇਖੋ ਇਹਨੂੰ ਸੁਣੇ, ਫਾਰਸੀ ਦੇ ਸ਼ਬਦ ਨੇ, ਪੰਜਾਬੀ ਚ ਇਹਦਾ ਤਰਜਮਾ ਹੈ ਕਿ ਪ੍ਰਮਾਤਮਾ ਨਾਲ ਮਿਲਾਪ ਕਿਵੇਂ ਹੋਵੇ। ਤੇ ਮਾਤ ਸੱਚੇ ਪਿਤਾ ਪਤਾ ਹੀ ਕਹਿੰਦੇ ਰਾਤ ਕੋ ਦਿਨ ਜੈਸਾ। ਇਹਨੇ ਕਿਹਾ ਅੱਲਾ ਕਾ ਵਸਵ ਕੈਸਾ, ਮਹਾਰਾਜ ਕਹਿੰਦੇ ਰਾਤ ਕੋ ਦਿਨ ਜੈਸਾ। ਕਹਿੰਦੇ ਮੈਨੂੰ ਸਮਝ ਨਹੀਂ ਆਈ। ਕਹਿੰਦੇ ਪੀਰ ਬੁੱਧੂ ਸ਼ਾਹ ਜੀ, ਰਾਤ ਹੋਵੇ ਤੇ ਕਦੇ ਦਿਨ ਨਹੀਂ ਚੜ੍ਹਦਾ, ਜਦੋਂ ਦਿਨ ਚੜ੍ਹ ਜੇ ਤੇ ਰਾਤ ਨਹੀਂ ਰਹਿੰਦੀ। ਫਿਰ ਉਹਨੇ ਮੱਥਾ ਟੇਕਿਆ, ਹੁਣ ਤੁਹਾਨੂੰ ਸਮਝ ਨਹੀਂ ਆਈ। ਰਾਤ ਹੈ ਅਗਿਆਨਤਾ, ਦਿਨ ਹੈ ਗਿਆਨ। ਜਿਸ ਜ਼ਿੰਦਗੀ 'ਚ ਅਗਿਆਨਤਾ ਦਾ ਹਨੇਰਾ ਹੋਵੇਗਾ ਉੱਥੇ ਕਦੇ ਦਿਨ ਨਹੀਂ ਚੜਿਆ ਮਿਲਣਾ, ਤੇ ਜਿੱਥੇ ਗੁਰੂ ਨਾਨਕ ਦੀ ਬਾਣੀ ਦਾ ਗਿਆਨ ਦਾ ਦਿਨ ਚੜ ਗਿਆ ਉਹ ਜ਼ਿੰਦਗੀ ਹਨੇਰੇ 'ਚ ਟੱਕਰਾਂ ਮਾਰਦੀ ਨਹੀਂ ਫਿਰੂਗੀ। ਸੱਚ ਜਿਵੇਂ ਦਿਨ ਕੋ ਰਾਤ ਕੋ ਦਿਨ ਜੈਸਾ। ਇਸੇ ਤਰ੍ਹਾਂ ਸੰਗਤ ਪੀਰ ਬੁੱਧੂ ਸ਼ਾਹ ਦੀ ਜਿਹੜੀ ਹੈ ਘਰ ਵਾਲੀ ਨਸੀਰਾ ਕਹਿਣ ਲੱਗੀ, ਮੈਂ ਤੈਨੂੰ ਰੋਕਦੀ ਨਹੀਂ, ਜਾ ਜ਼ਰੂਰ, ਪਰ ਗੁਰੂ ਦੇ ਵਾਰ ਕਰਨ ਤੋਂ ਪਹਿਲਾਂ ਗੁਰੂ ਨੂੰ ਇੱਕ ਵਾਰੀ ਪੀਰ ਕਹਿ ਕੇ ਵੇਖ ਜ਼ਰੂਰ ਲਈਏ। ਸਤਿਗੁਰੂ ਸੱਚੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਚੜ੍ਹ ਕੇ ਗਿਆ। ਇੱਧਰ ਭੈਣ ਨਸੀਰਾ ਨੇ ਇਤਿਹਾਸ ਕਹਿੰਦੇ ਚੌਂਕੜਾ ਮਾਰਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੀ, ਮੈਂ ਆਪਣੇ ਭਰਾ ਨੂੰ ਰੋਕ ਤੱਕ ਸਕਦੀ ਸਾਂ ਪਰ ਮੈਂ ਨਹੀਂ ਰੋਕਿਆ। ਕਿਉਂ? ਕਿਉਂਕਿ ਇਸ ਕਰਕੇ ਇਹਨੂੰ ਤੁਹਾਡੀ ਅਜ਼ਮਤ ਦੱਸਣੀ ਚਾਹੁੰਦੀ ਆ। ਸਤਿਗੁਰੂ ਅੱਜ ਤੁਹਾਡੇ ਕੋਲ ਆ ਰਿਹਾ ਤੁਹਾਡਾ ਦੁਸ਼ਮਣ ਬਣ ਕੇ, ਇਹਨੂੰ ਮਾਰਿਓ ਜ਼ਰੂਰ ਪਰ ਸਰੀਰ ਕਰਕੇ ਨਾ ਮਾਰਿਓ, ਉਹਦੇ ਅੰਦਰ ਦੀ ਦੁਸ਼ਮਣੀ ਵਾਲੀ ਬਿਰਤੀ ਮਾਰ ਕੇ ਰੱਖ ਦਿਓ। ਭੈਣ ਨਸੀਰਾ ਨੇ ਘੁੱਟ ਕੇ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਲਏ। ਕੁਝ ਇਤਿਹਾਸਕਾਰ ਕਹਿੰਦੇ ਗੁਰਮੰਤਰ ਮੂਲ ਮੰਤਰ ਸ਼ੁਰੂ ਕੀਤਾ, ਕਈਆਂ ਨੇ ਲਿਖਿਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਭੈਣ ਨਸੀਰਾ ਨੇ ਕੀਤਾ। ਇੱਧਰ ਭੈਣ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਕਰਕੇ ਬੈਠੀ ਆ। ਵੇਖੋ ਸੰਗਤ ਜੀ, ਇਤਿਹਾਸ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਇੱਕ ਗੱਲ ਸੋਚਿਓ। ਕਈ ਵਾਰੀ ਇੱਥੇ ਬੇਨਤੀ ਕੀਤੀ, ਅਸੀਂ ਭੁੱਲਣਹਾਰ ਆ, ਸਾਡੀ ਔਲਾਦ ਭੁੱਲਣਹਾਰ ਆ, ਸਾਡੇ ਵੱਡੇ ਭੁੱਲਣਹਾਰ ਨੇ, ਗੁਰੂ ਪ੍ਰਤੀ ਮਾੜਾ ਚੰਗਾ ਬੋਲ ਸਕਦੇ ਆ, ਗੁਰੂ ਘਰ ਤੋਂ ਇਗਨੋਰ ਹੋ ਸਕਦੇ ਆ, ਪਰ ਅਸੀਂ ਚਾਹੀਏ ਤੇ ਉਹਨਾਂ ਦੇ ਪਰਦੇ ਵੀ ਗੁਰੂ ਕੋਲੋਂ ਕਜਾ ਸਕਦੇ ਆ। ਸਾਡੇ ਕੋਲ ਇਤਿਹਾਸਿਕ ਐਗਜ਼ਾਮਪਲਾਂ ਪਈਆਂ ਨੇ। ਮਰਜ ਕਹਿੰਦੇ ਜੇ ਭਰਾ ਭੁੱਲਿਆ ਤੇ ਗੁਰੂ ਨੂੰ ਮਾਰਨ ਤੁਰਿਆ। ਭੈਣ ਨੇ ਬਾਣੀ ਪੜ੍ਹ ਕੇ ਗੁਰੂ ਚ ਅਰਦਾਸ ਕੀਤੀ, ਆਪਣੇ ਭਰਾ ਨੂੰ ਵੀ ਗੁਰੂ ਨਾਨਕ ਦੇ ਘਰ ਦਾ ਮੁਰੀਦ ਬਣਾ ਕੇ ਰੱਖਤਾ। ਇਹ ਬੜੀ ਦਾਤ ਵਰਤ ਜਾਂਦੀ ਤੇ ਜਦੋਂ ਅਰਦਾਸ ਭਾਵਨਾ ਨਾਲ ਕਰੀਏ। ਹੁਣ ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਨੇ, ਜਦੋਂ ਇਹ ਚੱਲ ਕੇ ਗਿਆ ਤੇ ਮਹਾਰਾਜ ਤੇ ਨਾ ਜੰਗ ਕਰਦੇ ਹੋਇਆ ਵੀ ਮੁਸਕਰਾਉਂਦੇ ਹੁੰਦੇ ਸੀ। ਮਹਾਰਾਜ ਸੱਚੇ ਪਿਤਾ ਜੀ ਹੱਸ ਰਹੇ ਆ। ਬੜੀ ਗਹਿ ਗੱਜ ਦੀ ਲੜਾਈ ਹੋਈ। ਉਸ ਤੋਂ ਬਾਅਦ ਨਾ ਇਹਨੇ ਲਲਕਾਰਾ ਮਾਰਿਆ, ਕਹਿੰਦੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਸਾਹਮਣੇ ਤੇ ਆਓ। ਬਸ ਇੰਨੀ ਕਹਿਣ ਦੀ ਗੱਲ ਸੀ। ਮਹਾਰਾਜ ਨੇ ਇੰਨੀ ਫੁਰਤੀ ਨਾਲ ਘੋੜਾ ਸਿੱਧਾ ਹੀ ਇਹਦੇ ਜਾ ਕੇ ਤੇ ਤੰਬੂ ਦੇ ਅੱਗੇ ਖਿਲਾਰਤਾ। ਜਦੋਂ ਖਿਲਾਰਿਆ ਇੱਕਦਮ ਹੈਰਾਨ, ਕਿਉਂਕਿ ਮੇਰੇ ਪਾਤਸ਼ਾਹ ਨੂਰਾਂ ਦੇ ਨੂਰ ਨੇ, ਮੇਰੇ ਸਤਿਗੁਰੂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਨੇ, ਮੇਰੇ ਸਤਿਗੁਰੂ ਅੰਦਰ ਗੁਰੂ ਨਾਨਕ ਦੀ ਨਿਰੰਕਾਰੀ ਜੋਤ ਵਰਤਦੀ ਹੈ। ਉਹ ਗੁਰੂ ਹੈ ਜਿਹਨੂੰ ਪ੍ਰਮਾਤਮਾ ਨੇ ਆਪ ਕਿਹਾ ਸੀ, ਮੈਂ ਆਪਣਾ ਸੁੱਤ ਤੋਹੇ ਨਵਾਜਾ। ਮੇਰੇ ਸਤਿਗੁਰੂ ਦੇ ਦਿਦਾਰੇ ਕੀਤੇ, ਕਹਿੰਦੇ ਯਾਦ ਕਰਦਾ ਸੀ, ਆ ਗਿਆ ਕੱਢ ਦੁਸ਼ਮਣੀ। ਬਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਕੀਤੇ, ਭੈਣ ਦੇ ਬੋਲ ਚੇਤੇ ਆ ਗਏ ਕਿ ਵੀਰਾ, ਗੁਰੂ ਜੀ ਦੇ ਉੱਤੇ ਵਾਰ ਕਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਦੀਆਂ ਅੱਖਾਂ 'ਚ ਜ਼ਰੂਰ ਅੱਖਾਂ ਪਾ ਕੇ ਵੇਖ ਲਈ। ਸੰਗਤ ਜੀ, ਜਦੋਂ ਸੁੱਤੀ ਕਿਸਮਤ ਜਾਗਦੀ ਨਾ, ਉਦੋਂ ਕਲਮੀਆਂ ਜ਼ਮੀਨਾਂ 'ਚ ਵੀ ਫਸਲ ਹੋ ਜਾਂਦੀ ਆ। ਤੇ ਜਦੋਂ ਕਿਸਮਤ ਮਾੜੀ ਹੋਵੇ, ਚੰਗੀਆਂ ਭਲੀਆਂ ਜ਼ਮੀਨਾਂ ਦੇ ਹੋ ਕੇ ਵੀ ਜਿਹੜੀਆਂ ਉਹ ਫਸਲਾਂ ਰੁੜਦੀਆਂ ਵੇਖੀਆਂ ਨੇ। ਕਹਿੰਦੇ ਆ ਇੱਕ ਵਾਰੀ ਗੁਰੂ ਦੀਆਂ ਨਜ਼ਰਾਂ 'ਚ ਨਜ਼ਰ ਪਾਈ ਨਾ ਜਦੋਂ, ਤੇ ਪਤਾ ਆਪਣੀ ਭਾਸ਼ਾ 'ਚ ਕੀ ਕਹਿਣ ਲੱਗਾ, ਸੱਚ ਜਾਣਿਓ ਉੱਚੀ ਉੱਚੀ, ਖੁਦਾ ਆਇਦ ਖੁਦਾ ਆਇਦ। ਉਹ ਦੁਨੀਆ ਦੇ ਲੋਗੋ, ਮੈਂ ਮਾਰਾ ਕਿਹਨੂੰ, ਜਿਹਨੂੰ ਮੈਂ ਮਾਰਨ ਆਇਆ, ਇਹ ਤੇ ਮੈਨੂੰ ਖੁਦਾ ਆਪ ਦਿਸਦਾ ਪਿਆ। ਚਰਨਾਂ ਤੇ ਡਿੱਗ ਗਿਆ, ਕਹਿੰਦਾ ਪਾਤਸ਼ਾਹ ਬਖਸ਼ ਲੋ। ਮਹਾਰਾਜ ਕਹਿੰਦੇ ਤੂੰ ਤੇ ਮਾਰਨ ਆਇਆ ਸੀ। ਕਹਿੰਦਾ ਸਤਿਗੁਰੂ, ਮਾਰਾ ਕਿਹਨੂੰ, ਮੇਰੇ ਸਾਹਮਣੇ ਤੇ ਖੁਦਾ ਖਲੋਤਾ। ਕਹਿੰਦੇ ਇਹ ਸਾਰੀ ਕਿਰਪਾ ਤੇਰੀ ਭੈਣ ਦੀ ਆ। ਤੇਰੀ ਭੈਣ ਨੇ ਆਪਣੇ ਘਰ 'ਚ ਸਾਡੇ ਚਰਨ ਨਹੀਂ ਛੱਡੇ, ਹਜੇ ਤੱਕ ਫੜਿਆ ਕਿ ਇੱਕ ਭੁੱਲਿਆ ਆ ਰਿਹਾ ਪਾਤਸ਼ਾਹ ਨੂੰ ਲੜ ਲਾੜੀ।
सच जानियो जंग चलदी पई आ। सैद खां गुरु दे चरनां 'ਚ ਡਿੱਗ के कहंदा महाराज जी मैं ते तुहाडे वल्लों लड़ांगा। कमाल कर दिंदे सी गुरु जी। ਤਾਂ ਹੀ ਤਾਂ ਕਹਿੰਦੇ ਸੀ ਗੁਰੂ ਤੋਂ ਵੱਡਾ ਕਰਾਮਾਤੀ ਜਾਦੂਗਰ ਕੋਈ ਨਹੀਂ। ਮੇਰੇ ਸਤਿਗੁਰੂ ਜੀ ਜਿਸ ਵੱਲ ਆਪਣੀ ਨਿਗਾਹ ਕਰ ਲੈਣ। ਹੁਣ ਇਹਨੂੰ ਥੋੜਾ ਜਿਹਾ ਅਸੀਂ ਜਦੋਂ ਅੱਜ ਦੇ ਇਤਿਹਾਸ 'ਚ ਲਈਏ ਨਾ, ਗੁਰੂ ਜੀ ਕਿਸੇ ਤੇ ਨਜ਼ਰ ਕਰਨ, ਉਹਦੇ ਵਿੱਚੋਂ ਸਰੀਰ ਨੂੰ ਮਾਰਨ ਵਾਲੇ ਦੁਸ਼ਮਣ ਨੂੰ ਮੁਕਾ ਦਿੰਦਾ, ਦੁਸ਼ਮਣੀ ਨੂੰ ਮੁਕਾ ਦਿੰਦਾ, ਆਪਣਾ ਮੁਰੀਦ ਬਣਾ ਲੈਂਦਾ। ਅੱਜ ਵੀ ਜੇ ਗੁਰੂ ਦੇ ਪਿਆਰੇ ਬਣ ਕੇ ਗੁਰੂ ਚਰਨਾ ਚਾਹੀਏ ਨਾ, ਤੇ ਪਾਤਸ਼ਾਹ ਜੀ ਕਹਿੰਦੇ ਅੱਜ ਵੀ ਤੇਰੇ ਅੰਦਰੋਂ ਹਰ ਪ੍ਰਕਾਰ ਦੀ ਵਾਦੀ, ਤੇਰੇ ਵਕਾਰਾਂ ਰੂਪੀ ਦੁਸ਼ਮਣਾਂ ਨੂੰ ਗੁਰੂ ਮਾਰ ਕੇ ਆਪਣਾ ਮੁਰੀਦ ਬਣਾ ਲੇਗਾ। ਸਤਿਗੁਰੂ ਦਾ ਇਹੋ ਜਿਹਾ ਮੁਰੀਦ ਬਣਿਆ, ਸਾਰੀ ਉਮਰ ਅਨੰਦਪੁਰ 'ਚ ਰਹਿ ਕੇ ਕੱਟੀ, ਮੁੜ ਕੇ ਔਰੰਗਜ਼ੇਬ ਦੇ ਦਰਬਾਰ 'ਚ ਨਹੀਂ ਗਿਆ। ਇਹ ਹੈ ਕਿ ਦੋਵੇਂ ਥਾਵ ਰੱਖੇ ਗੁਰ ਸੂਰੇ। ਮੇਰਾ ਗੁਰੂ ਸੂਰਮਾ ਤੇ ਮੇਰੇ ਗੁਰੂ ਨੇ ਜੋ ਜੀਵਨ ਆਪਣੇ ਸਿੱਖਾਂ ਨੂੰ ਦਿੱਤਾ ਹੈ, ਇਸ ਮਨੁੱਖਤਾ ਨੂੰ ਦਿੱਤਾ ਹੈ, ਉਹ ਜੀਵਨ ਲੈ ਕੇ ਹਲਤ ਵੀ ਤੇ ਪਲਤ ਸਿੱਖ ਨੇ ਜਿਹੜਾ ਉਹ ਆਪਣਾ ਸਵਾਰ ਲੈਂਦੇ। ਮੈਂ ਆਰੰਭ 'ਚ ਜਿਹੜੀਆਂ ਸੰਗਤਾਂ ਆਈਆਂ, ਗੁਰੂ ਨਾਨਕ ਜੀ ਦਾ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਦੇ ਜੀ ਕੋਲੋਂ ਦੇਖੋ ਮਹਾਰਾਜ ਜੀ ਬਚਪਨ ਦੇ ਅੰਦਰ ਪੱਟੀ ਲਿਖਦੇ ਆ ਤੇ ਉਹ ਜੀਵਨ ਪਾਂਦੇ ਗੋਪਾਲ ਨੂੰ ਦਿੰਦੇ ਆ ਕਿ ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਮਹਾਰਾਜ ਕਹਿੰਦੇ ਕਿਹੜੀ ਪੱਟੀ ਪੜ੍ਹਾਣੇ ਆ, ਕਿਹੜੇ ਲੇਖੇ ਕਰਨੇ ਸਿਖਾਣੇ ਆ, ਸਾਨੂੰ ਉਹ ਲੇਖਾ ਸਿਖਾ ਜਿਸ ਲੇਖਾ ਸਿੱਖਣ ਨਾਲ ਸਾਡਾ ਪਰਲੋਕ ਸਵਾਰਿਆ ਜਾਏ। ਕਹਿੰਦਾ ਜੀ ਮੈਨੂੰ ਤੇ ਆਈ 12 ਅੱਖਰ ਆਉਂਦੇ ਆ, ਮੇਰੇ ਕੋਲੋਂ ਤੇ ਉਹ ਗਿਆਨ ਨਹੀਂ। ਉੱਥੇ ਫਿਰ ਗੁਰੂ ਸਾਹਿਬ ਨੇ ਪੱਟੀ ਲਿਖੀ, ਸੱਸੈ ਸੋਏ श्रेष्ठ जिन साजी सपना साहिब एक भया, सच एवे दुनिया दे लागो सेवत रहे, चित जिनका लागा आया तिनका सफल पया। ऊड़ा उपमा ताकी कीजै जाका अंत ना पाया, जरूर कदे समा मिले 52 अखरी पढ़ियो। एक एक अखर तो गुरु साहब ने सानू रब दी उपमा करनी सिखाई। फिर इस बाणी दा शब्द दा अभ्यास करके पांदे गोपाल वर्गे तरे। मार्ग दे कोल हरिदास वैद आउंदा, उत्थे भी सतगुरु जी कहते ने पिछर पदर बिरादरा कस नेस दस्तंगीर, आखिर बेहतम कस ना दार्द चू शब्द तकवीर। कि है हरिदास किन्ना अपने च उलझिया पिया, जिदन मौत आनी आ। अज कहते जिदन तेरी मौत वेले तेरी नमाज पढ़ी जाएगी, जिवें साडे सोहला साहब पढ़ते आ, उधर किसी ने हाथ दे के तेनू बचाउणा नहीं। उधर जे कोई बचाउण वाला ते वो परमात्मा उहदी इबादत करनी चाहिदी आ। उत्थे फिर महाराज कहंदे ने बद बखत हम चू बखील गाफिल, बेनजर बेबाद नानक बगोए जन तुरा, तेरे चाकरां पाखात। संगत जी महाराज ने उहदा भला कीता। गुरु साहब जी सज्जन कोल गए, मैं पंछी झात लैके चल रहा, उत्थे भी महाराज सच्चे पिता जी को गल कहंदे कि उज्जल कह है जिलकना कोटिम कालड़ी मस, धोतिया जूट ना उतरै जेसो धोवा तिस, सज्जन सही नाल मैं चलदिया नाल चलान, जिथे लेखा मंगीए तिथे खड़े दिसन। गुरु साहब कहते अपना नाम सज्जन बना लिया, पर सज्जन ताई तां एक नहीं इकट्ठी कीती। शरीरां दे सज्जन छड्ड, अपने नाल गुण रूपी सज्जन तैयार कर, अपने नाल नेकियां रूपी सज्जन तैयार कर, अपने कर्म इन्ने सोहने बना कि जिदन रब दे घर च तेरा लेखा होवे ते तेरे कर्म खलो के कहने बंदे नूं माफ कर दिओ। बात क्यों? क्योंकि बंदे ने धरती ते काम बड़े चंगे कीते ने। सतगुरु पिता जी ने उसे शब्द च कहा सी, चाकरियां चंगियाइयां अवर सियाणपा कित, नानक नाम संभाल तू बद्दा छुट्टै जित। संगत जी सानू जिन्नी छेती तो छेती आपां बाणी वल ते खास करके नाम अभ्यास वल जब तक असीं अपना मुख नहीं मोड़ते, अपने जीवन नूं नहीं मोड़ते, सच जाणिओ सानू लोक च भी धक्के आ, सानू परलोक च भी धक्के आ। गुरु नानक तो बिना दुनिया एक दिन बाह फड़ूगी, 2 दिन बाह फड़ूगी, तीजे दिन किसी का गेड़ खड़काए उन्हें कहना रोज ही तुरिया रहना जे तेरी एक दिन मदद करती। एक दिन किसी की गड्डी मंग के वेखो, दूजे दिन मंगन जाओ 20 बहाने मार देंगे लोग। एक दिन किसी को पैसा मंग लो, दूजी बारी मंगन जाए लोग कहेंगे तू तो तुरिया ही रहना। सतगुरु कहते जिस दुनिया ते मान करदा अपने ते मान करदा, लोग फोन चकना बंद कर देंगे, तो थोड़ा जा जीवन का मुख गुरबाणी वल करके वेख। रोज आ घड़ी घड़ी आ, बाबा नानक कदे नहीं कहता रोज तुरिया रहना मैं वेला तेरे लिए। ये तो मर्ज कहते तू जदों भी आएगा
दिन रात उठदियां बहंदियां बस सच एवे उस गुरु नानक दी बाणी ते गुरु नाम दे इन्ने अभ्यासी बन जाइए कि आप नहीं संगत जी मन्नै परवार ऐसा धार साडे करके साडे परिवारां दा भी भला हो जाए। ये गुरु साहब ने अज संखेप विचार जो बख्शी है, रहाओ हर 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 नाम जपत सुख सहजे। जेड़े नाम जपणगे उन्हां नूं सुख ते सहज जिंदगी च प्राप्त होवेगा। मजन होवत साधु धूरे। मजन कहते ने संगत जी एक असी घरां च इशनान करते हैं, मजन जदों असी कदे जाइए ना कोई गुरधामां ते चुब्बी ला के साडे बजुर्ग नक फड़ के इशनान करते हुंदे सी केसां सने, चुब्बी ला के इशनान करन नूं मजन इशनान सिख धर्म च जां बाणी च कहा जांदा है। आवन जान रहे थित पाई। थित दा भाव हुंदा टिका मिल गया, हुण जन्म मरण मुक गया। जदों गुरु साहब दे असीं प्यारे बने, जन्म मरण के मिटे बिसूरे। बिसूरे ने चिंता झोरे, जन्म मरण दे मिट गए। भ्रम पै तरे छुट्टे पै जम के। जिन्ने भी प्रकार दे भरम सन डर सन उन्हां तो महाराज ने निजात दिवाती। छुट्टे भै जम के, मौत दा जमा दा डर भी मुक गया। घट घट एक रहा भरपूरे, क्योंकि असीं उहनूं जपना शुरू कीता जिहड़ा कण कण च वसदा वाहिगुरू जी है। नानक शरण परियो दुख भंजन। हे वाहिगुरू जी तुसीं दुखां नूं मारन वाले हो, सुखां नूं देण वाले हो। असीं तुहाडी शरण आए हां, अंतर बाहर पेख हजूरे। सानू ओ सुमत ओ जीवन ओ दात बख्शो कि असीं तुहानूं अपने हिरदे विच भी संसार विच भी हर थां ते वसदा वेख के तुहाडे चिंतन विच जुड़ जाइए। वाहिगुरू जी का खालसा वाहिगुरू जी की फतेह। सतनाम।